Students, here I am going to start a topic for your paper F 4.1, that is gender, school and society. And in this through this video I am discussing the topic from unit 4 part A, and that topic is gender equity and gender equality in relation to caste, class, religion, disability, and reason. And these reasons are urban, rural, and tribal areas. So, before starting the influence and relation with these different aspects, first of all, we will discuss or clear the meaning of gender equity and gender equality. These are the two term or two concept that we are used, and sometimes they are sometimes we call that these terms are interchangeably. But before that, first of all, clear the meaning of these two terms. First, there is a term, word है equality. ਇਕੁਐਲਿਟੀ ਨੂੰ ਮੈਂ ਇੱਥੇ ਜੋ ਡਿਸਕਰਾਈਬ ਕਰ ਰਹੀ ਹਾਂ ਤੁਹਾਨੂੰ ਧਿਆਨ ਨਾਲ ਦੇਖੋ। ਇਕੁਐਲਿਟੀ ਨੂੰ ਹੀ ਅਸੀਂ ਲਿਖ ਰਹੇ ਹਾਂ। ਇਕੁਐਲਿਟੀ 'ਚ ਮੈਂ ਦੋ ਵਰਡਸ ਨੂੰ ਸਰਕਲ ਕੀਤਾ, ਤਾਂ ਰੈਸਟ ਆਫ ਜਿਹੜੇ ਲੈਟਰਸ ਨੇ ਦੇ ਆਰ ਕਾਲਡ ਇਕੁਇਟੀ। ਸੋ ਫੋਰਮੇਸ਼ਨ ਜਿਹੜੀ ਆ ਇੱਕੋ ਵਰਡ ਤੋਂ ਡਰਾਈਵ ਹੋਏ ਜਾਂ ਅਸੀਂ ਸੇਮ ਆਸਪੈਕਟ ਨਾਲ ਕੀ ਕਹਿੰਦੇ ਇਹਨੂੰ ਡਿਸਕਰਾਈਬ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੋ ਟਰਮਸ ਨੇ ਇਕੁਐਲਿਟੀ ਐਂਡ ਇਕੁਇਟੀ। ਇਕੁਇਟੀ ਮੀਨਸ ਦ ਮੀਨਸ ਟੂ ਗੈਟ ਦੇਅਰ, ਮੀਨਸ ਕਿਸੇ ਚੀਜ਼ ਤੱਕ ਪਹੁੰਚਣ ਦੇ ਲਈ ਜਿਹੜੇ ਸਾਡੇ ਕੋਲ ਸੋਰਸਿਸ ਨੇ, ਦੈਟ ਇਜ਼ ਕਾਲਡ ਇਕੁਇਟੀ। ਅਤੇ ਜਦੋਂ ਅਸੀਂ ਐਂਡ ਪੁਆਇੰਟ 'ਤੇ ਪਹੁੰਚ ਜਾਂਦੇ ਹਾਂ, ਗੋਲ ਨੂੰ ਅਚੀਵ ਕਰਨਾ, ਦੈਟ ਇਜ਼ ਕਾਲਡ ਇਕੁਐਲਿਟੀ। ਫਸਟ ਆਫ ਆਲ ਜੈਂਡਰ ਇਕੁਇਟੀ ਨੂੰ ਹੀ ਡਿਫਾਈਨ ਕਰਦੇ ਹਾਂ। ਜੈਂਡਰ ਇਕੁਇਟੀ ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਆ ਜਿਹਦੇ 'ਚ ਅਸੀਂ ਰਿਸੋਰਸਿਸ ਨੂੰ ਐਲੋਕੇਟ ਕਰਦੇ ਹਾਂ, ਪ੍ਰੋਗਰਾਮ ਪ੍ਰੋਵਾਈਡ ਕਰਦੇ ਹਾਂ ਅਤੇ ਡਿਸੀਜ਼ਨ ਮੇਕਿੰਗ ਜਿਹੜੇ ਪ੍ਰੋਵਾਈਡ ਕਰਦੇ ਹਾਂ ਫੇਅਰਲੀ ਟੂ ਆਲ ਜੈਂਡਰਸ। ਮੀਨਸ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਾਂਗੇ ਜੈਂਡਰ ਬੇਸਿਸ 'ਤੇ, ਐਂਡ ਐਡਰੈਸਿੰਗ ਐਨੀ ਇੰਬੈਲੈਂਸ ਇਨ ਦ ਬੈਨੀਫਿਟ ਅਵੇਲੇਬਲ ਟੂ ਪੀਪਲ ਆਫ ਡਿਫਰੈਂਟ ਜੈਂਡਰਸ। ਇਸ ਤਰੀਕੇ ਨਾਲ ਇੱਕ ਡੈਫੀਨੇਸ਼ਨ ਹੈ ਅਕੋਰਡਿੰਗ ਟੂ ਇੰਟਰਨੈਸ਼ਨਲ ਲੇਬਰ ਆਫਿਸ ਦੇ ਅਕੋਰਡਿੰਗ। ਕੌਨਸੈਪਟ ਆਫ ਜੈਂਡਰ ਇਕੁਇਟੀ ਉਹਨਾਂ ਨੇ ਡਿਫਾਈਨ ਕੀਤਾ ਗਾ। ਅਕੋਰਡਿੰਗ ਟੂ ਦਿਸ ਫਾਰਮ, ਜੈਂਡਰ ਇਕੁਇਟੀ ਰੈਫਰਸ ਟੂ ਫੇਅਰਨੈਸ ਆਫ ਟਰੀਟਮੈਂਟ ਫਾਰ women and men according to their respective needs। ਮੀਨਸ ਅਸੀਂ ਕੀ ਕਰਨਾ, ਜਿਹੜਾ ਐਟੀਟਿਊਡ ਸਾਡਾ ਹੋਏਗਾ ਜਾਂ ਅਸੀਂ ਜਿਹੜਾ ਟਰੀਟਮੈਂਟ ਦੇਣਾ ਗਾ ਮੈਨਸ ਅਤੇ ਵਿਮਨਸ ਨੂੰ, ਉਹ ਫੇਅਰ ਟਰੀਟਮੈਂਟ ਦੇਣਾ ਗਾ ਐਜ਼ ਪਰ ਦੇਅਰ ਰਿਸਪੈਕਟਿਵ ਨੀਡਸ। ਦਿਸ may include equal treatment or treatment that is different but which is considered equivalent in term of rights, benefits, obligations and opportunities। ਮੀਨਸ ਇਹਦੇ 'ਚ ਅਸੀਂ ਇਨਕਲੂਡ ਕਰਾਂਗੇ ਵੀ ਇਕੁਅਲ ਟਰੀਟਮੈਂਟ ਦੇਣਾ, ਜਾਂ ਟਰੀਟਮੈਂਟ ਕੀ ਦੇਣਾ ਗਾ ਅਸੀਂ ਡਿਫਰੈਂਟ ਦੇਣਾ ਗਾ। ਬਟ ਜਦੋਂ ਅਸੀਂ ਡਿਫਰੈਂਟ ਟਰੀਟਮੈਂਟ ਦੀ ਗੱਲ ਕਰਦੇ ਹਾਂ ਤਾਂ ਕੰਸੀਡਰ ਕਿਸ ਚੀਜ਼ ਨੂੰ ਕਰਾਂਗੇ, ਇਕੁਵਲੈਂਸ ਜਾਂ ਇਕੁਵਲੈਂਟ ਇਨ ਟਰਮਸ ਆਫ ਰਾਈਟਸ, ਬੈਨੀਫਿਟਸ, ਓਬਲੀਗੇਸ਼ਨਸ ਐਂਡ ਓਪਰਚੁਨਿਟੀਜ਼। ਅੱਗੇ ਮੈਂ ਨੈਕਸਟ ਡਿਫਾਈਨ ਕਰਾਂਗੀ ਜੈਂਡਰ ਇਕੁਐਲਿਟੀ ਨੂੰ। ਜੇ ਅਸੀਂ ਜੈਂਡਰ ਇਕੁਐਲਿਟੀ ਨੂੰ ਡਿਫਾਈਨ ਕਰਦੇ ਹਾਂ, ਜੈਂਡਰ ਇਕੁਐਲਿਟੀ ਕੀ ਆ, ਇਟਸ ਰੈਫਰ ਟੂ ਇਕੁਅਲ ਪਾਰਟੀਸਪੇਸ਼ਨ ਆਫ women and men in different life domains। life domains ਕੀ ਨੇਗੀਆਂ, economy, social life, politics, education etc। women's rights movements linked to the first and wave of feminism fought to establish gender equality as a fundamental human right। ਸੈਕਿੰਡ, ਜੇ ਇਹਨੂੰ ਮੀਨਿੰਗ ਨੂੰ ਹੋਰ ਥੋੜ੍ਹਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ, ਜੈਂਡਰ ਇਕੁਐਲਿਟੀ ਕਿਸ ਚੀਜ਼ ਨੂੰ ਰੈਫਰ ਕਰਦੀ ਹੈ, equal access to social goods, services and resources and equal opportunity in all spheres of life for both men and women। ਮੀਨਸ ਅਸੀਂ ਜਿਹੜੇ ਉਹਨਾਂ ਲਈ ਕੀ ਕਰ ਦੇਣਾ ਗਾ, ਜੈਂਡਰ ਇਕੁਐਲਿਟੀ ਕੀ ਹੋਏਗੀ, ਜਦੋਂ ਹਰ ਚੀਜ਼ ਦੀ ਅਸੈਸ ਕੀ ਹੋਏਗੀ, ਇਕੁਅਲ ਹੋਏਗੀ। ਅਸੀਂ ਅਸੈਸ ਜਿਹੜੇ ਰਿਸੋਰਸਿਸ ਦੇਣੇ ਨੇ ਜਾਂ ਸੋਸ਼ਲ ਗੁੱਡਸ ਪ੍ਰੋਵਾਈਡ ਕਰਨੀਆਂ ਨੇ ਜਾਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਨੇ, ਕੀ ਦੇਵਾਂਗੇ, ਇਕੁਅਲ ਅਪਰਚੁਨਿਟੀਜ਼ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ। ਹਰ ਚੀਜ਼ ਕੀ ਹੋਏਗੀ, ਇਕੁਅਲ ਲੈਵਲ 'ਤੇ ਦਿੱਤੀ ਜਾਏਗੀ। ਅਸੀਂ ਕਿਸੇ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਕਰਾਂਗੇ। ਨੈਕਸਟ ਹੈ ਡਿਫਰੈਂਸ
ਦੋਨਾਂ ਦਾ, ਕਿਉਂਕਿ 2 ਟਰਮਸ ਨੇ ਤਾਂ ਆਲ ਟੂਗੈਦਰ ਦੋਨਾਂ ਦੇ ਵਿੱਚ ਕੀ ਹੋਏਗਾ, ਮਾਈਨਰ ਡਿਫਰੈਂਸਿਸ ਹੋਣਗੇ। ਕਿਸ ਬੇਸ 'ਤੇ ਡਿਫਰੈਂਸਿਸ ਨੇ, ਕਿਵੇਂ ਡਿਫਰੈਂਸਿਸ ਨੇ, ਅਸੀਂ ਉਸ ਚੀਜ਼ ਨੂੰ ਕੀ ਕਰਾਂਗੇ, ਕਲੀਅਰ ਕਰਾਂਗੇ। ਇਹਦੇ ਵਿੱਚ ਮੈਂ ਇੱਕ ਡਾਇਆਗਰਾਮ ਦੇ ਨਾਲ ਥੋੜ੍ਹਾ ਜਿਹਾ ਇਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਜੋ ਡਿਫਰੈਂਸ ਨੂੰ ਕੀ ਕਰੇਗਾ, ਆਇਡੈਂਟੀਫਾਈ ਕਰੇਗਾ ਜਾਂ ਡਿਫਰੈਂਸ ਨੂੰ ਕਲੀਅਰ ਕਰੇਗਾ। ਦੇਰ ਆਰ ਟੂ ਐਗਜ਼ਾਮਪਲਸ। ਇੱਕ ਐਗਜ਼ਾਮਪਲ 'ਚ ਇਕੁਐਲਿਟੀ ਸ਼ੋ ਹੋ ਰਹੀ ਹੈ, ਇੱਕ 'ਚ ਇਕੁਇਟੀ ਸ਼ੋ ਹੋ ਰਹੀ ਹੈ। ਇਕੁਐਲਿਟੀ 'ਚ ਅਸੀਂ ਗੱਲ ਕੀਤੀ ਸੀ ਸੇਮਨੈਸ ਦੀ, ਅਤੇ ਇਕੁਇਟੀ 'ਚ ਗੱਲ ਕਰਦੇ ਹਾਂ ਫੇਅਰਨੈਸ ਦੀ। ਇੱਥੇ ਦੇਖੋ, ਜੋ ਇਕੁਐਲਿਟੀ 'ਚ ਆ ਅਸੀਂ ਕੀ ਦਿੱਤਾ, ਉਹਨਾਂ ਨੂੰ ਇਕੁਅਲ ਅਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ ਨੇ, ਇਕੁਅਲ ਰਿਸੋਰਸਿਸ ਦੇ ਦਿੱਤੇ, ਅਤੇ ਉਹ ਰਿਸੋਰਸਿਸ ਕੀ ਨੇਗੇ, ਸਾਰਿਆਂ ਨੂੰ ਸੇਮ ਦਿੱਤੇ ਨੇ, ਅਤੇ ਉਹ ਪਰਸਨ ਉਹਦੇ ਅਕੋਰਡਿੰਗ ਉਹਦੇ 'ਤੇ ਹੀ ਕੀ ਕਰਨਗੇ, ਐਕਟ ਕਰਨਗੇ, ਵਰਕ ਕਰਨਗੇ, ਉੱਥੋਂ ਹੀ ਆਪਣਾ ਕੰਮ ਕੀ ਕਰਨਗੇ, ਸਟਾਰਟ ਕਰਨਗੇ। ਜਿਹੜੀ ਉਹਨਾਂ ਨੂੰ ਸਟਾਰਟਿੰਗ ਆ ਉਹ ਵੀ ਦੇ ਦਿੱਤੀ, ਅਸੀਂ ਸੇਮ ਦੇ ਦਿੱਤੀ। ਦੈਨ ਦੂਸਰੀ ਸਾਈਡ 'ਤੇ ਇਕੁਇਟੀ ਹੁੰਦੀ ਆ ਫੇਅਰਨੈਸ। ਸਾਨੂੰ ਲੱਗ ਰਿਹਾ ਵੀ ਇੱਕ ਪਰਸਨ ਨੂੰ ਜ਼ਿਆਦਾ ਜ਼ਰੂਰਤ ਹੈ, ਇੱਕ ਨੂੰ ਘੱਟ ਜ਼ਰੂਰਤ ਹੈ ਕਿਸੇ ਚੀਜ਼ ਦੀ, ਜਿਸ ਤਰ੍ਹਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਰਿਸੋਰਸਿਸ ਕੀ ਦੇ ਦਿੱਤੇ, ਵੱਧ ਘੱਟ ਪ੍ਰੋਵਾਈਡ ਕੀਤੇ। ਜਦੋਂ ਅਸੀਂ ਕਹਿੰਦੇ ਹਾਂ ਅਸੈਸ ਟੂ ਦਾ ਸੇਮ ਅਪਰਚੁਨਿਟੀਜ਼, ਤਾਂ ਕਿ ਉਹ ਜਿੱਥੇ ਤੱਕ ਪਹੁੰਚਣਾ ਹੈਗਾ ਸਾਰੇ ਪਹੁੰਚ ਸਕਣ। ਸਾਰੇ ਕਿਵੇਂ ਪਹੁੰਚਣਗੇ, ਕਿਉਂਕਿ ਜੇ ਅਸੀਂ ਉਹਨਾਂ ਨੂੰ ਕੀ ਦੇਵਾਂਗੇ, ਰਿਸੋਰਸ ਜਿਹੜੇ ਪ੍ਰੋਵਾਈਡ ਕਰਾਂਗੇ ਉਹ ਜਿਸ ਤਰ੍ਹਾਂ ਦੀ ਜਿਸ ਪਰਸਨ ਦੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਰਿਸੋਰਸਿਸ ਪ੍ਰੋਵਾਈਡ ਕਰਾਂਗੇ। ਵੀ ਮਸਟ ਫਸਟ ਇਨਸ਼ੋਰ, ਇੱਕ ਚੀਜ਼ ਹੋਰ ਹੈ ਇਹਦੇ 'ਚ, ਇਕੁਇਟੀ ਨੂੰ ਲੈ ਕੇ ਆਉਣ ਦੇ ਲਈ, ਜੇ ਅਸੀਂ ਇਕੁਇਟੀ ਨੂੰ ਲੈ ਆਵਾਂਗੇ ਤਾਂ ਇਕੁਐਲਿਟੀ ਨੂੰ ਕੀ ਕਰ ਸਕਦੇ ਹਾਂ, ਬੜੇ ਅੱਛੇ ਤਰੀਕੇ ਨਾਲ ਇੰਜੋਏ ਕਰ ਸਕਦੇ ਹਾਂ। ਇਕੁਐਲਿਟੀ ਫੋਕਸ ਕਰਦੀ ਹੈ ਨੋਰਮਲੀ ਕ੍ਰੀਏਟਿੰਗ ਦਾ ਸੇਮ ਸਟਾਰਟਿੰਗ ਲਾਈਨ ਫॉर एवरीवन। ਇਕੁਇਟੀ ਹੈਜ਼ ਦਾ ਗੋਲ ਆਫ ਪ੍ਰੋਵਾਈਡਿੰਗ एवरीवन विद द फुल रेंज ऑफ अपॉर्चुनिटीज़ एंड बेनीफिट। मीनस ਜਿਹੜੀ ਇਹਦੇ 'ਚ ਕੀ ਹੋਏਗੀ, ਜਿਹੜੀ ਫਿਨਿਸ਼ਿੰਗ ਲਾਈਨ ਕੀ ਹੋਏਗੀ, ਸੇਮ ਹੋਏਗੀ। ਇਹਨੂੰ ਜ਼ਿਆਦਾ ਚੰਗੀ ਤਰ੍ਹਾਂ ਕਲੀਅਰ ਕਰਨ ਲਈ ਡਿਫਰੈਂਸ ਨੂੰ ਪ੍ਰੋਪਰਲੀ ਐਕਸਪਲੇਨ ਕਰਨ ਲਈ ਅੱਗੇ ਅਸੀਂ ਫਰਦਰ ਡਿਫਰੈਂਸ ਦੇ ਹੀ ਪੁਆਇੰਟਸ ਕੀ ਕਰਾਂਗੇ, ਡਿਸਕਸ ਕਰਾਂਗੇ। ਜਿਵੇਂ ਸਭ ਤੋਂ ਪਹਿਲਾਂ ਜੇ ਇਹਦੇ ਐਪਟਮੋਲੋਜੀਕਲ ਮੀਨਿੰਗ ਦੀ ਗੱਲ ਕਰਦੇ ਹਾਂ, ਇਕੁਇਟੀ ਦਾ ਮੀਨਿੰਗ ਕੀ, ਅਸੀਂ ਪਿੱਛੇ ਵੀ ਪੜ੍ਹਿਆ ਗਾ ਪੁਆਇੰਟ। ਇਕੁਇਟੀ ਦਾ ਕੀ ਮੀਨਿੰਗ ਆ, ਜਸਟਨੈਸ ਐਂਡ ਫੇਅਰਨੈਸ ਇਨ ਦਾ ਮੈਨਰਸ ਆਫ ਟਰੀਟਿੰਗ ਇੰਡੀਵਿਜੂਅਲ ਇਜ਼ ਕਾਲਡ ਇਕੁਇਟੀ। ਦੂਸਰੀ ਸਾਈਡ 'ਤੇ ਇਕੁਐਲਿਟੀ ਕੀ ਹੈਗੀ, ਇਕੁਐਲਿਟੀ ਇਜ਼ ਡਿਸਕ੍ਰਾਈਬ as a state where everyone is at the same level। ਜੇ ਦੋਨਾਂ ਦਾ ਕੌਨਸੈਪਟ ਦੇਖਦੇ ਹਾਂ, ਇਹਦੇ 'ਚ ਕੌਨਸੈਪਟ ਕੀ ਸੀ, ਇਕੁਇਟੀ ਦਾ ਕੌਨਸੈਪਟ ਕੀ ਹੈਗਾ, ਇਕੁਇਟੀ ਮੀਨਸ ਫੇਅਰਨੈਸ ਆਫ ਟਰੀਟਮੈਂਟ ਫॉर ਵਿਮਨ ਐਂਡ ਮੈਨ ਅਕੋਰਡਿੰਗ ਟੂ ਦੇਅਰ ਰਿਸਪੈਕਟਿਵ ਨੀਡਸ। ਅਤੇ ਦੂਸਰੀ ਸਾਈਡ 'ਤੇ ਇਕੁਐਲਿਟੀ 'ਚ ਕੀ ਸੀਗਾ, equality is about equal opportunities, right and responsibilities for women and men। It does not mean that women and men are same। ਅਸੀਂ ਉਹਨਾਂ ਨੂੰ ਕੀ ਦੇਣੇ ਨੇ, ਜਿਹੜੇ ਰਾਈਟਸ ਦੇਣੇ ਨੇ, ਅਪਰਚੁਨਿਟੀਜ਼ ਦੇਣੀਆਂ ਨੇ, ਰਿਸਪੌਂਸਿਬਿਲਿਟੀਜ਼ ਦੇਣੀਆਂ ਨੇ, ਉਹ ਵਿਮਨ ਅਤੇ ਮੈਨ ਨੂੰ ਕੀ ਦੇਣੀਆਂ ਨੇ, ਇਕੁਅਲ ਦੇਣੀਆਂ ਨੇ। ਬਟ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਮੈਨ ਅਤੇ ਵਿਮਨਸ ਨੇ ਦੇ ਆਰ ਸੇਮ। ਤਾਂ ਇੱਕ ਹੈ ਪਰਪਸ 'ਚ ਜੋ ਅਸੀਂ ਗੱਲ ਕਰਦੇ ਹਾਂ, ਪਰਪਸ ਕੀ ਹੈ ਇਹਦਾ, ਇਟਸ ਅ ਗੋਲ of providing women and men with the full range of opportunities and benefits with the same finishing line। ਅਤੇ ਦੂਸਰੀ ਸਾਈਡ ਕੀ ਹੈਗਾ, ਜੈਂਡਰ ਇਕੁਐਲਿਟੀ 'ਚ ਅਸੀਂ ਫੋਕਸ ਕਰਦੇ ਹਾਂ ਕ੍ਰੀਏਟਿੰਗ ਦਾ ਸੇਮ ਸਟਾਰਟਿੰਗ ਲਾਈਨ ਫॉर ਵੂਮਨ ਐਂਡ ਮੈਨ। ਉਹਦੇ 'ਚ ਅਸੀਂ ਜੈਂਡਰ ਇਕੁਐਲਿਟੀ 'ਚ ਸਟਾਰਟਿੰਗ ਲਾਈਨ ਸੇਮ ਦਿੰਦੇ ਹਾਂ, ਸੇਮ ਪਲੇਟਫਾਰਮ ਦਿੰਦੇ ਹਾਂ, ਸੇਮ ਅਪਰਚੁਨਿਟੀ ਦਿੰਦੇ ਹਾਂ। ਪਰਸਨ 'ਤੇ ਡਿਪੈਂਡ ਕਰਦਾ ਉਹਨੂੰ ਕਿਵੇਂ ਅਵੇਲ ਕਰ ਰਿਹਾ। ਜੈਂਡਰ ਇਕੁਇਟੀ 'ਚ ਕੀ ਕਰ ਦੇਣਾ, ਸਾਡਾ ਮੇਨ ਮਕਸਦ ਕੀ ਆ, ਅਸੀਂ ਫੁੱਲ ਰੇਂਜ ਆਫ ਅਪਰਚੁਨਿਟੀ ਅਤੇ ਬੈਨੀਫਿਟਸ ਦਿੰਦੇ ਹਾਂ। ਜਿਸ ਤਰ੍ਹਾਂ ਦਾ ਪਰਸਨ ਹੈ, ਜਿਸ ਤਰ੍ਹਾਂ ਦੀ ਉਹਦੀ ਰਿਕੁਆਇਰਮੈਂਟ ਆ, ਤਾਂ ਕਿ ਉਹ ਜਿਹੜੀ ਉਹਨਾਂ ਦੀ ਫਿਨਿਸ਼ਿੰਗ ਲਾਈਨ ਆ, ਜਿੱਥੇ ਤੱਕ ਪਹੁੰਚਣਾ ਸਾਰੇ ਇਕੁਅਲ ਲੈਵਲ 'ਤੇ ਪਹੁੰਚ ਸਕਣ। ਨੈਕਸਟ ਹੈ ਪ੍ਰੋਸੈਸ ਐਂਡ ਆਊਟਕਮ। ਜੈਂਡਰ ਇਕੁਇਟੀ ਕੀ ਹੈ, ਇੱਕ ਤਰ੍ਹਾਂ ਦਾ ਪ੍ਰੋਸੈਸ ਆ ਜਿਹਨੂੰ ਯੂਜ਼ ਕਰਕੇ ਅਸੀਂ ਕਿਸ ਚੀਜ਼ ਨੂੰ ਅਚੀਵ ਕਰਦੇ ਹਾਂ, ਜੈਂਡਰ ਇਕੁਐਲਿਟੀ ਨੂੰ ਅਚੀਵ ਕਰਦੇ ਹਾਂ। ਜੈਂਡਰ ਇਕੁਐਲਿਟੀ ਕੀ ਆ, ਆਊਟਕਮ ਆ, ਕਿਉਂਕਿ ਜੈਂਡਰ ਇਕੁਐਲਿਟੀ ਆਊਟਕਮ ਅਤੇ ਇਕੁਇਟੀ ਕੀ ਆ, ਉਹਦੇ ਲਈ ਇੱਕ ਮੀਨ ਆ, ਜੋ ਇੱਕ ਨਸੈਸਰੀ ਕੰਡੀਸ਼ਨ ਆ, ਅਤੇ ਉਹ ਨਸੈਸਰੀ ਕੰਡੀਸ਼ਨ ਨੂੰ ਯੂਜ਼ ਕਰਕੇ ਅਸੀਂ ਜੈਂਡਰ ਇਕੁਐਲਿਟੀ ਨੂੰ ਕੀ ਕਰ ਸਕਦੇ ਹਾਂ, ਅਚੀਵ ਕਰ ਸਕਦੇ ਹਾਂ। ਇਹ ਐਪਰੀਸੀਏਸ਼ਨ ਇਹਦੇ 'ਚ ਜੈਂਡਰ ਇਕੁਇਟੀ ਦੇ ਵਿੱਚ ਅਸੀਂ ਡਿਫਰੈਂਸ ਜਿਹੜਾ ਹੈਗਾ ਮੈਨ ਅਤੇ ਵਿਮਨ ਦਾ, ਦੇ ਆਰ ਐਪਰੀਸ਼ੀਏਟਿਡ ਐਂਡ ਐਫਰਟਸ ਆਰ ਪ੍ਰੋਵਾਈਡ ਇਨ ਸੱਚ ਅ ਵੇ ਇਨ ਵਿਚ individual opportunities are not equal। दूसरी साइड पे मेल and female are appreciated as sameness and efforts are provided equal। then next है assess।
all the people can access to what they need। ਦੂਸਰੀ ਜੇ ਅਸੀਂ ਇਕੁਐਲਿਟੀ 'ਚ ਗੱਲ ਕਰਦੇ ਹਾਂ, all the people get the same thing, that is rights, resources and opportunities। ਇਹਦੇ ਨਾਲ ਕੀ ਆ ਡਿਫਰੈਂਸ ਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਗਿਆ ਹੋਣਾ ਵੀ ਜੈਂਡਰ ਇਕੁਐਲਿਟੀ ਐਂਡ ਜੈਂਡਰ ਇਕੁਇਟੀ 'ਚ ਕੀ ਡਿਫਰੈਂਸ ਆ, ਕਿਵੇਂ ਅਸੀਂ ਇਹਨਾਂ ਪੁਆਇੰਟਸ ਨੂੰ ਕੀ ਕਰਦੇ ਹਾਂਗੇ ਐਲੈਬੋਰੇਟ ਕਰਦੇ ਹਾਂ। ਫਰਦਰ ਜੇ ਅਸੀਂ ਤੁਹਾਡੇ ਸਿਲੇਬਸ ਵੱਲ ਨੂੰ ਮੂਵ ਕਰੀਏ ਤਾਂ ਤੁਹਾਡੇ ਸਿਲੇਬਸ 'ਚ ਅਗਲਾ ਹੈ ਫੈਕਟਰ ਇਨਫਲੂਐਂਸਿੰਗ ਜੈਂਡਰ ਇਕੁਇਟੀ ਐਂਡ ਜੈਂਡਰ ਇਕੁਐਲਿਟੀ। ਬੇਸਿਕਲੀ ਜੈਂਡਰ ਇਕੁਐਲਿਟੀ ਅਤੇ ਜੈਂਡਰ ਇਕੁਇਟੀ ਨੂੰ ਦੋ ਤਰ੍ਹਾਂ ਦੇ ਫੈਕਟਰ 'ਚ ਡਿਵਾਈਡ ਕੀਤਾ ਵੀ ਜਿਹੜੇ ਦੋ ਤਰ੍ਹਾਂ ਦੇ ਫੈਕਟਰ ਨੇ ਜਿਹੜੇ ਇਨਫਲੂਐਂਸ ਕਰਦੇ ਨੇ। ਇੱਕ ਨੇ ਸਪੈਸੀਫਿਕ ਇਨਫਲੂਐਂਸ ਫੈਕਟਰ, ਇੱਕ ਨੇ ਜਨਰਲ ਇਨਫਲੂਐਂਸ ਫੈਕਟਰ। ਸਪੈਸੀਫਿਕ ਇਨਫਲੂਐਂਸ ਫੈਕਟਰ ਉਹ ਫੈਕਟਰਸ ਹੋਣਗੇ ਜਿਹੜੇ ਕਿਸੇ ਸਪੈਸੀਫਿਕ ਆਸਪੈਕਟ ਨੂੰ ਕੀ ਕਰਦੇ ਨੇ ਇਨਫਲੂਐਂਸ ਕਰਦੇ ਨੇ। ਜਿਵੇਂ ਅਸੀਂ ਗੱਲ ਕਰਾਂਗੇ ਕਾਸਟ, ਕਲਾਸ, ਸਿਵਲ ਸਟੇਟਸ, ਟਾਈਪ ਆਫ ਫੈਮਿਲੀ, ਡੈਮੋਗ੍ਰਾਫਿਕ ਇਨਵਾਇਰਮੈਂਟ, ਇਹ ਕੁਛ ਇਸ ਤਰ੍ਹਾਂ ਦੇ ਫੈਕਟਰ ਨੇ ਜਿਹੜੇ ਸਪੈਸੀਫਿਕ ਫੈਕਟਰ ਨੇ, ਇੰਡੀਵਿਜੂਅਲ ਨੂੰ ਸਪੈਸੀਫਿਕਲੀ ਇਨਫਲੂਐਂਸ ਕਰਦੇ ਨੇ। ਦੂਸਰੇ ਨੇ ਜਨਰਲ ਇਨਫਲੂਐਂਸ ਫੈਕਟਰ। ਜਨਰਲ ਇਨਫਲੂਐਂਸ ਫੈਕਟਰ ਹੋਣਗੇ ਜਿਹੜੇ ਔਨ ਦਾ ਹੋਲ ਪੂਰੀ ਪਾਪੂਲੇਸ਼ਨ ਨੂੰ ਕੀ ਕਰਦੇ ਨੇ ਅਫੈਕਟ ਕਰਦੇ ਨੇ। ਜਿਵੇਂ ਅਸੀਂ ਕਹਿੰਦੇ ਹਾਂ ਰਿਲੀਜਨ, ਕਲਚਰ, ਪੋਲੀਟਿਕਸ, ਇਕੋਨਮੀ, ਰੀਜ਼ਨ, ਇਹ ਕੁਛ ਇਸ ਤਰ੍ਹਾਂ ਦੇ ਫੈਕਟਰ ਨੇ ਜਿਹੜੇ ਇੰਡੀਵਿਜੂਅਲ ਨੂੰ ਜਾਂ ਇੰਡੀਵਿਜੂਅਲ ਜਿਹੜਾ ਅਸੀਂ ਜਿੱਥੇ ਰਹਿ ਰਹੇ ਹਾਂ ਅੱਗੇ ਜਰਨਲ ਫਾਰਮ ਦੇ ਵਿੱਚ ਕੀ ਕਰਦੇ ਨੇ ਸਾਰੇ ਇੰਡੀਵਿਜੂਅਲ ਨੂੰ ਅਫੈਕਟ ਕਰਦੇ ਨੇ। ਅਤੇ ਜੇ ਤੁਹਾਡੇ ਸਿਲੇਬਸ ਵੱਲ ਮੂਵ ਕਰੀਏ ਤਾਂ ਕੁਛ ਫੈਕਟਰਸ ਨੇ ਜੋ ਤੁਹਾਡੇ ਸਿਲੇਬਸ 'ਚ ਗਿਵਨ ਨੇ। ਇਨ ਦਿਸ ਟੋਪਿਕ ਵੀ ਆਰ ਡਿਸਕਸਿੰਗ ਓਨਲੀ ਦੈਟ ਪਰਟੀਕੂਲਰ ਆਸਪੈਕਟ, ਜਿਹਦੇ 'ਚ ਕਾਸਟ, ਕਲਾਸ, ਰਿਲੀਜਨ, ਡਿਸੇਬਿਲਿਟੀ ਅਤੇ ਰੀਜ਼ਨ। ਇਹਦੇ 'ਚੋਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਅਸੀਂ ਕਾਸਟ। ਕਾਸਟ ਦਾ ਜਿਹੜਾ ਸਿਸਟਮ ਆ, ਕਾਸਟ ਇੱਕ ਇਸ ਤਰ੍ਹਾਂ ਦੀ ਯੂਨੀਕ ਫੀਚਰ ਆ ਇੰਡੀਅਨ ਸਿਸਟਮ ਦੀ, ਅਤੇ ਇਹਦੀਆਂ ਰੂਟਸ ਕੀ ਨੇਗੀਆਂ 1000 ਈਅਰਸ ਬੈਕ ਜੇ ਅਸੀਂ ਜਾਈਏ ਟਰੇਸ ਸਾਨੂੰ ਇਹਦੇ ਟਰੇਸਿਸ ਮਿਲਦੇ ਨੇ। ਅਤੇ ਕਾਸਟ ਜਿਹੜਾ ਗਾ ਵਰਡਸ ਜਿਹੜਾ ਗਾ ਇੱਕ ਵਰਡਸ ਤੋਂ ਡਰਾਈਵ ਹੋਇਆ। ਕਾਸਟ ਨੂੰ ਪਹਿਲਾਂ ਅਸੀਂ ਜਾਤੀ ਯੂਜ਼ ਕਰਦੇ ਸੀ, ਜਾਤੀ ਤੋਂ ਪਹਿਲਾਂ ਇਹਦੇ ਲਈ ਵਰਡ ਯੂਜ਼ ਹੁੰਦਾ ਸੀ ਜਨਾ। ਮੀਨਸ ਟਰਮ ਜਿਹੜੀਆਂ ਨੇਗੀਆਂ ਅੱਗੇ ਅੱਗੇ ਐਲੈਬੋਰੇਟ ਹੋ ਕੇ ਟਰਮ ਡਿਵੈਲਪ ਹੋਈ ਹੈ ਸਾਡੇ ਕੋਲ। ਇਹਦੇ 'ਚ ਜਿਹੜਾ ਵਰਡ ਕਾਸਟ ਆ ਇਹ ਡਰਾਈਵ ਹੋਇਆ ਸਪੈਨਿਸ਼ ਵਰਡ ਕਾਸਟਾ ਤੋਂ, ਵਿਚ ਮੀਨਸ ਰੇਸ ਔਰ ਬਰੀਡ। ਜਾਤੀ ਓਰੀਜਨੇਟ ਹੋਇਆ ਫਰੋਮ ਦਾ ਰੂਟ ਵਰਡ ਜਾਨਾ। ਜਾਨਾ means taking birth. So caste is concerned with birth. Similarly there are one or two definitions. First of all clear meaning ਨੂੰ more clear ਕਰਦੇ ਹਾਂ। ਕਾਸਟ ਸਿਸਟਮ ਨੂੰ ਜੇ ਅਸੀਂ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਟਸ ਅ ਸੋਸ਼ਲ ਸਟਰਕਚਰ ਅਕੋਰਡਿੰਗ ਟੂ ਦਾ ਕਾਸਟ ਆਫ ਪੀਪਲ ਵਿਚ ਗੈਟਸ ਡਿਸਾਈਡਡ ਬਾਈ ਦੇਅਰ ਬਰਥ। ਮੀਨ ਜਿਹੜੇ ਕਾਸਟ ਹੋਏਗੀ ਕਿਸੇ ਵੀ ਇੰਡੀਵਿਜੂਅਲ ਦੀ, ਇਹ ਫਸਟ ਆਫ ਆਲ ਤਾਂ ਸੋਸ਼ਲ ਸਟਰਕਚਰ ਆ। ਦੂਸਰਾ ਕਿਸੇ ਵੀ ਇੰਡੀਵਿਜੂਅਲ ਜਿਹੜੀ ਕਾਸਟ ਆ ਉਹ ਉਹਦੇ ਬਰਥ ਤੋਂ ਡਿਸਾਈਡ ਹੋ ਜਾਂਦੀ ਆ। ਅ ਕਾਸਟ ਸਿਸਟਮ ਮੇਕ ਅ ਪਰਸਨ ਰਿਚ ਇਫ ਹੀ ਸ਼ੀ ਬਿਲੋਂਗ ਟੂ ਅ ਰਿਚ ਫੈਮਿਲੀ। ਅ ਕਾਸਟ ਸਿਸਟਮ ਇਜ਼ ਅ ਹੈਰੀਡਿਟਰੀ ਕਲਾਸੀਫਿਕੇਸ਼ਨ ਆਫ ਪੀਪਲ ਇਨ ਆਰ society. The status of an individual is predetermined in a caste system. Definition ਹੈ ਦੀ ਐਂਡਰਸਨ ਤੇ ਪਾਰਕਰ ਦੇ ਅਕੋਰਡਿੰਗ, caste is the extreme form of social class organization in which the position of individual in the status hierarchy is determined by descent and birth. दूसरी definition कार्वे ਦੇ ਅਕੋਰਡਿੰਗ ਹੈ, caste is an extended kinship group in which every member is either an actual or a potential kin of another. ਮੀਨਸ ਇਹਦੇ 'ਚ ਕੀ ਹੋਏਗਾ, ਕਾਸਟ ਦਾ ਸਾਡੇ ਕੋਲ ਜੇ ਅਸੀਂ ਇਹਨੂੰ ਔਨ ਦਾ ਹੋਲ ਦੇਖਦੇ ਹਾਂ, ਕਾਸਟ ਕੀ ਆ ਇੱਕ ਤਰ੍ਹਾਂ ਦਾ ਸੋਸ਼ਲ ਆਰਗੇਨਾਈਜੇਸ਼ਨ ਆ ਜਾਂ ਸੋਸ਼ਲ ਸਟਰਕਚਰ ਆ ਜਿਹੜੀ ਕਿਸੇ ਵੀ ਇੰਡੀਵਿਜੂਅਲ ਦੀ, ਕਿਸੇ ਵੀ ਪਰਸਨ ਦੀ ਉਹਦੇ ਬਰਥ ਤੋਂ ਕੀ ਹੁੰਦੀ ਆ ਫਿਕਸ ਹੁੰਦੀ ਆ। ਅਤੇ ਕਾਸਟ ਸਿਸਟਮ ਹੀ ਪਰਸਨ ਨੂੰ ਰਿਚ ਬਣਾਉਂਦਾ ਅਤੇ ਕਾਸਟ ਸਿਸਟਮ ਹੀ ਪਰਸਨ ਨੂੰ ਕੀ ਕਰਦਾ ਹੈਗਾ ਪੂਅਰ ਕਰ ਦਿੰਦਾ। ਅਤੇ ਕਾਸਟ ਸਿਸਟਮ ਇੱਕ ਹੈਰੀਡਿਟਰੀ ਕਲਾਸੀਫਿਕੇਸ਼ਨ ਹੈ ਇੰਡੀਵਿਜੂਅਲ ਦੀ। ਹੈਰੀਡਿਟਰੀ ਜਿਹੜੀ ਜੀਨਸ ਦੇ ਥਰੂ ਕੀ ਕਰਦੇ ਹਾਂਗੇ ਅਸੀਂ ਇਸ ਚੀਜ਼ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ। ਅਤੇ ਉਸ ਤੋਂ ਬਾਅਦ ਕਾਸਟ ਸਿਸਟਮ ਦੇ ਕੁਛ ਫੀਚਰਸ ਨੇ ਜਿੱਥੋਂ ਕਾਸਟ ਸਿਸਟਮ ਨੂੰ ਕੀ ਕਰਦੇ ਹਾਂ ਅਸੀਂ ਕਲੀਅਰ ਕਰਦੇ ਹਾਂ ਜਾਂ ਇਹਨੂੰ ਦੇਖਦੇ ਹਾਂ ਕਿ ਵੀ ਸਾਨੂੰ ਪਤਾ ਚੱਲ ਜਾਂਦਾ ਡਿਸਟਿੰਕਟਿਵ ਕੁਛ ਫੀਚਰ ਜਿਹੜੇ ਐਕਸਪਲੇਨ ਕਰਦੇ ਨੇ ਇਹਨੂੰ। ਜਿਵੇਂ ਫੋਰ ਐਗਜ਼ਾਮਪਲ ਕਾਸਟ ਸਿਸਟਮ ਕੀ ਆ, ਸੈਗਮੈਂਟਲ ਡਿਵੀਜ਼ਨ ਆਫ ਸੋਸਾਇਟੀ ਆ। ਕਾਸਟ ਸਿਸਟਮ
ਸੁਸਾਇਟੀ ਨੂੰ ਡਿਫਰੈਂਟ ਸਮੋਲ ਜਿਹੜੀਆਂ ਸੋਸ਼ਲ ਗਰੁੱਪਸ ਦੇ ਵਿੱਚ ਕੀ ਕਰ ਦਿੰਦਾ, ਡਿਵਾਈਡ ਕਰ ਦਿੰਦਾ। ਜਿਹੜੇ ਉਹ ਸੋਸ਼ਲ ਗਰੁੱਪਸ ਨੇ ਉਹ ਵੈਲ ਡਿਵੈਲਪ ਸੋਸ਼ਲ ਜਿਹੜੇ ਗਰੁੱਪਸ ਹੁੰਦੇ ਨੇਗੇ ਉਹ ਕੀ ਨੇਗੇ, ਉਹ ਕਾਸਟਸ ਨੇ। ਅਤੇ ਇਹਨਾਂ ਦੇ ਜਿਹੜੇ ਮੈਂਬਰ ਨੇਗੇ ਜਾਂ ਕਿਸੇ ਪਰਸਨ ਦੀ ਜਿਹੜੀ ਮੈਂਬਰਸ਼ਿਪ ਆ ਉਹ ਡਿਸਾਈਡ ਹੁੰਦੀ ਆ ਫਰੋਮ ਦੇਅਰ ਬਰਥ। ਦੂਸਰਾ ਹਰਾਰਕੀ। ਕਾਸਟ ਸਿਸਟਮ ਦੇ ਵਿੱਚ ਕੀ ਆ, ਇੱਕ ਫੰਡਾਮੈਂਟਲ ਸੋਸ਼ਲ ਪ੍ਰਿੰਸੀਪਲ ਆਫ ਹਰਾਰਕੀ ਨੂੰ ਫੋਲੋ ਕੀਤਾ ਜਾਂਦਾ, ਕਿਉਂਕਿ ਕਾਸਟ ਸਿਸਟਮ ਦੇ ਵਿੱਚ ਕੁਝ ਕਾਸਟ ਕੀ ਨੇਗੀਆਂ ਐਟ ਦ ਟੋਪ ਆਫ ਦਾ ਹਰਾਰਕੀ ਨੇ, ਐਂਡ ਕੁਝ ਕਾਸਟ ਕੀ ਨੇਗੀਆਂ ਸਾਡੀਆਂ ਲਾਈਕ ਅਸੀਂ ਕਹਿੰਦੇ ਹਾਂ ਕਿ ਬ੍ਰਾਹਮਣ ਇਟਸ ਅ ਟੋਪ ਮੋਸਟ ਜਾਂ ਐਜ਼ ਦ ਟੋਪ ਆਫ ਦਾ ਹਰਾਰਕੀ। ਸਭ ਤੋਂ ਉੱਚੀ ਜਿਹੜੀ ਕਾਸਟ ਅਸੀਂ ਮੰਨਦੇ ਹਾਂ ਬ੍ਰਾਹਮਣਸ ਨੂੰ ਮੰਨਦੇ ਹਾਂ। ਅਤੇ ਸਭ ਤੋਂ ਬੋਟਮ 'ਤੇ ਜਿਹੜੀ ਅਸੀਂ ਕਾਸਟ ਮੰਨਦੇ ਹਾਂ ਦੈਟ ਇਜ਼ ਅਨਟੱਚੇਬਿਲਿਟੀ ਕਲਾਸ। ਅਤੇ ਇਸ ਦੋ ਕਲਾਸਿਸ ਦੇ ਵਿੱਚ ਕਾਫੀ ਸਾਰੀਆਂ ਇੰਟਰਮੀਡੀਏਟ ਕਲਾਸਿਸ ਆਉਂਦੀਆਂ ਨੇਗੀਆਂ, ਅਤੇ ਉਹ ਕਲਾਸਿਸ ਜਿਹੜੀਆਂ ਨੇਗੀਆਂ ਆਪਣੇ ਆਪ ਕੀ ਕਰ ਲੈਂਦੇ ਨੇ, ਇੱਕ ਸਿਸਟਮ ਜਿਹੜਾ ਫੋਲੋ ਕਰਦੇ ਨੇ, ਹਰਾਰਕੀ ਨੂੰ ਫੋਲੋ ਕਰਦੇ ਨੇ। ਨੈਕਸਟ ਹੈ ਹੈਰੀਡਿਟਰੀ। ਕਾਸਟ ਸਿਸਟਮ ਹੈਰੀਡਿਟਰੀ ਫਿਨੋਮੀਨਾ ਹੈਗਾ। ਜਿਹੜਾ ਵੀ ਪਰਸਨ ਕੋਈ ਹੈ ਸੁਸਾਇਟੀ 'ਚ ਜਿਹਦਾ ਬਰਥ ਹੋ ਰਿਹਾ, ਉਹਦਾ ਬਰਥ ਉਹਦੇ ਕਿੱਥੋਂ ਡਿਸਾਈਡ ਹੋ ਜਾਂਦਾ, ਉਹਦੇ ਕਾਸਟ ਸਿਸਟਮ ਜਿਹੜਾ ਡਿਸਾਈਡ ਹੁੰਦਾ ਉਹਦੇ ਬਰਥ ਤੋਂ ਡਿਸਾਈਡ ਹੋ ਜਾਂਦਾ। ਇੰਡੀਵਿਜੂਅਲ ਦੀ ਜਿਹੜੀ ਹੈਰੀਡਿਟਰੀ ਆ ਉਹ ਕਿੱਥੇ ਬਰਥ ਲੈ ਰਿਹਾ, ਕਿਸ ਤਰ੍ਹਾਂ ਦੀ ਇਨਵਾਇਰਮੈਂਟ ਵਿੱਚ ਹੈ, ਉਹ ਫਾਰਮਰ ਫੈਮਿਲੀ ਨਾਲ ਬਿਲੋਂਗ ਕਰਦਾ, ਉਹ ਜਿਸ ਤਰ੍ਹਾਂ ਦੀ ਫੈਮਿਲੀ ਨਾਲ ਬਿਲੋਂਗ ਕਰੇਗਾ ਉਹਦਾ ਕਾਸਟ ਸਿਸਟਮ ਉੱਥੋਂ ਹੀ ਕੀ ਹੋ ਜਾਏਗਾ, ਡਿਸਾਈਡ ਹੋ ਜਾਏਗਾ। ਅਤੇ ਉਹਦਾ ਜਿਹੜਾ ਗਰੋ ਅਪ ਆ ਕਿਸੇ ਵੀ ਇੰਡੀਵਿਜੂਅਲ ਦੀ ਜਿੱਥੇ ਬਰਥ ਹੋਏਗਾ ਉੱਥੇ ਉਹ ਜੀ ਗਰੋ ਅਪ ਹੋਏਗਾ, ਤਾਂ ਉਹੀ ਉਹਨੂੰ ਕੀ ਕਰੇਗਾ, ਡਿਟਰਮਿਨ ਕਰੇਗਾ। ਆਕੂਪੇਸ਼ਨਲ। ਕਾਸਟ ਸਿਸਟਮ ਜਿਹੜਾ ਗਾ ਉਹ ਆਕੂਪੇਸ਼ਨ 'ਤੇ ਵੀ ਬੇਸਡ ਆ। ਸਮਟਾਈਮ ਕੀ ਆ, ਜਿਹੜੀ ਪਰਸਨ ਦੀਆਂ ਜੋਬ ਪ੍ਰੋਫਾਈਲਸ ਨੇ ਜਾਂ ਪਰਸਨ ਕਿਸ ਤਰ੍ਹਾਂ ਦੀ ਸਪੈਸੀਫਿਕ ਜੋਬ ਕਰ ਰਿਹਾ, ਉਸ ਜੋਬ ਵੀ ਉਹਦੀ ਕੀ ਆ, ਸਰਟਨ ਕਾਈਂਡ ਆਫ ਕਾਸਟ ਨਾਲ ਹੀ ਫਿਕਸ ਹੁੰਦੀ ਆ। ਇਹਦੇ 'ਚ ਅਸੀਂ ਕਹਿੰਦੇ ਹਾਂ ਕਿ ਕਈ ਵਾਰੀ ਕੀ ਆ, ਜਿਹੜੀਆਂ ਸਾਡੀਆਂ ਜਿਹੜੇ ਪਰਸਨ ਕੋਈ ਜੋਬ ਕਰ ਰਿਹਾ, ਬੇਸਿਕਲੀ ਦਾ ਹੋਲ ਪੁਆਇੰਟ ਇਜ਼ ਅਸੀਂ ਕਹਿੰਦੇ ਡਿਗਨਿਟੀ ਆਫ ਲੇਬਰ ਦੈਟਸ ਇਟ ਡਿਫਾਈਨਡ ਬਾਈ ਪ੍ਰੈਕਟਿਸ ਆਫ ਕਾਸਟ ਸਿਸਟਮ। ਦੈਨ ਸੋਸ਼ਲ ਡਿਵੀਜ਼ਨ। ਕਾਸਟ ਸਿਸਟਮ ਸੁਸਾਇਟੀ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਕੀ ਕਰ ਦਿੰਦੀ ਆ, ਡਿਵਾਈਡ ਕਰ ਦਿੰਦੀ ਆ। ਇਹਦੇ ਵਿੱਚ ਕਲੀਅਰ ਸੈਗਮੈਂਟਲ ਜਿਹੜੇ ਸੈਗਮੈਂਟਸ ਹੁੰਦੇ ਨੇਗੇ ਬਿਟਵੀਨ ਰਿਚ ਐਂਡ ਦਾ ਪੂਅਰ, ਅਸੀਂ ਲਿਮਿਟਸ ਲਾ ਦਿੰਦੇ ਹਾਂ ਵੀ ਜਿਹੜੇ ਸਾਡੀਆਂ ਕਾਸਟ ਨੇਗੀਆਂ ਫਿਕਸ ਕਰ ਦਿੰਦੇ ਹਾਂ। ਫੋਰ ਜੇ ਅਸੀਂ ਮੈਰਿਜਸ ਦੀ ਗੱਲ ਕਰਦੇ ਹਾਂ, ਇੰਟਰਕਾਸਟ ਜਿਹੜੀਆਂ ਇੰਟਰੈਕਸ਼ਨਸ ਨੇਗੀਆਂ ਉਹਨਾਂ ਨੂੰ ਅਸੀਂ ਡਿਸਕਰੇਜ ਕਰਦੇ ਹਾਂ। ਅਸੀਂ ਮੈਰਿਜਸ ਜਿਹੜੀਆਂ ਨੇ ਇੰਟਰਕਾਸਟ ਅਸੀਂ ਉਹਨਾਂ ਨੂੰ ਅਲਾਉ ਨਹੀਂ ਕਰਦੇ। ਉਹ ਕਿਉਂ ਨਹੀਂ ਕਰਦੇ, ਕਿਉਂਕਿ ਜਿਹੜੀ ਕਾਸਟ ਸਿਸਟਮ ਆ ਉਹ ਸੁਸਾਇਟੀ ਨੂੰ ਸੋਸ਼ਲ ਡਿਵੀਜ਼ਨ ਦੇ ਵਿੱਚ ਕੀ ਕਰ ਦਿੰਦੀ ਹੈ, ਡਿਵਾਈਡ ਕਰ ਦਿੰਦੀ ਹੈ। ਇਨਇਕੁਐਲਿਟੀ। ਕਾਸਟ ਸਿਸਟਮ ਦੇ ਵਿੱਚ ਕੀ ਹੈਗਾ, ਜਿਹੜਾ ਅਸੀਂ ਨੋਰਮਲੀ ਇਨਇਕੁਐਲਿਟੀ ਨੂੰ ਪ੍ਰੀਚ ਕਰਦੇ ਹਾਂ। ਕੈਟਾਗਰਾਈਜ਼ ਕਰ ਦਿੱਤਾ ਜਦੋਂ ਅਸੀਂ ਹਾਈ ਕਲਾਸ ਕਰਤੀਆਂ, ਲੋਅ ਕਲਾਸ ਕਰ ਦਿੱਤੀਆਂ, ਜਾਂ ਟਰੀਟਮੈਂਟ ਵੀ ਕੀ ਹੋਏਗਾ ਸੁਸਾਇਟੀ ਦੇ ਵਿੱਚ, ਜਿਸ ਤਰ੍ਹਾਂ ਦੀ ਕਾਸਟ ਹੋਏਗੀ ਉਹਦੇ ਅਕੋਰਡਿੰਗ ਟਰੀਟਮੈਂਟ ਕੀ ਹੋਏਗਾ, ਡਿਫਰੈਂਟ ਹੋਏਗਾ। ਇੱਕ ਹੋਰ ਇਹਦੇ 'ਚ ਫੀਚਰ ਆਉਂਦੀ ਹੈ ਇਹਦੀ ਐਂਡੋਗੈਮੀ। ਐਂਡੋਗੈਮੀ ਚੀਫ ਕਰੈਕਟਰਿਸਟਿਕਸ ਆ ਕਾਸਟ ਦਾ। ਇਹਦਾ ਮਤਲਬ ਕੀ ਹੈ, ਜਿਹੜੇ ਮੈਂਬਰਸ ਨੇ ਕਿਸੇ ਵੀ ਕਾਸਟ ਔਰ ਸਬ ਕਾਸਟ ਦੇ ਸ਼ੁੱਡ ਮੈਰੀ ਵਿਦਨ ਦੇਅਰ ਓਨ ਕਾਸਟ ਔਰ ਸਬ ਕਾਸਟ। ਉਹ ਆਪਣੀ ਕਾਸਟ ਦੀਆਂ ਜਿਹੜੀਆਂ ਲਿਮਿਟਸ ਤੋਂ ਉਹਨਾਂ ਤੋਂ ਕੀ ਆ, ਬਾਹਰ ਨਹੀਂ ਜਾ ਸਕਦੀ। ਜੇ ਉਹ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨੂੰ ਉਹ ਕੀ ਮੰਨਿਆ ਜਾਂਦਾ, ਕ੍ਰਾਈਮ ਮੰਨਿਆ ਜਾਂਦਾ। ਅਤੇ ਜੇ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਕਰਦੇ ਨੇ ਤਾਂ ਉਹਨਾਂ ਨੂੰ ਕੀ ਕਰਨਾ ਪੈਂਦਾ, ਆਪਣੀ ਕਾਸਟ ਨੂੰ ਲੋਸ ਕਰਨਾ ਪੈਂਦਾ। ਦੈਨ ਰਿਸਟ੍ਰਿਕਸ਼ਨ ਔਨ ਫੂਡ ਐਂਡ ਡਰਿੰਕ। ਕਾਸਟ ਸਿਸਟਮ ਯੂਜ਼ਲੀ ਕੀ ਹੈਗਾ, ਕਈ ਜਿਹੜੀਆਂ ਅਸੈਪਟ ਨਹੀਂ ਕਰਦੇ ਫਰੋਮ ਅਦਰ ਕਾਸਟ, ਜਿਹੜਾ ਫੂਡ ਉਹਨਾਂ ਦੂਸਰੀ ਸਾਈਡ ਤੋਂ ਉਹਨਾਂ ਨੂੰ ਫੂਡ ਮਿਲਦਾ ਗਾ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਕਈ ਵਾਰੀ ਕੀ ਆ, ਦੈਟ ਫੂਡ ਇਜ਼ ਪੋਲਿਊਟਡ। ਕਿਉਂਕਿ ਕਿਸੇ ਕਾਸਟ ਦੇ ਵਿੱਚ ਤੰਬਾਕੂ ਯੂਜ਼ ਕੀਤਾ ਜਾਂਦਾ, ਕਿਸੇ 'ਚ ਕੋਈ ਇਸ ਤਰ੍ਹਾਂ ਦਾ ਯੂਜ਼ ਕੀਤਾ ਜਾਂਦਾ, ਦੂਸਰਿਆਂ ਲਈ ਕੀ ਹੈਗਾ, ਬੈਨ। ਤਾਂ ਇਸ ਕਰਕੇ ਕੀ ਕੀਤਾ ਜਾਂਦਾ, ਰਿਸਟ੍ਰਿਕਸ਼ਨ ਹੁੰਦੀ ਹੈ ਹਮੇਸ਼ਾ ਇੱਕ ਕਾਸਟ ਤੋਂ ਦੂਜੀ ਕਾਸਟ ਦੇ ਜਦੋਂ ਫੂਡ ਨੂੰ ਸ਼ੇਅਰ ਕਰਨਾ। ਪਰਟੀਕੂਲਰ ਨੇਮ। ਕੋਈ ਵੀ ਜਿਹੜੀ ਕਾਸਟ ਆ ਉਹਦਾ ਇੱਕ ਪਰਟੀਕੂਲਰ ਦੀ ਆਈਡੈਂਟੀਟੀ ਆ, ਪਰਟੀਕੂਲਰ ਉਹਦਾ ਨੇਮ ਆ, ਅਤੇ ਉਹ ਪਰਟੀਕੂਲਰ ਨੇਮ ਉਹਦਾ ਮੋਸਟਲੀ ਕੀ ਹੈਗਾ, ਮੋਸਟਲੀ ਔਰ ਸਮਟਾਈਮਸ ਆਕੂਪੇਸ਼ਨ ਨਾਲ ਕੀ ਹੁੰਦਾ, ਐਸੋਸੀਏਟ ਹੁੰਦਾ। ਕੰਸੈਪਟ ਆਫ ਪਿਓਰਿਟੀ ਐਂਡ ਪੋਲਿਊਸ਼ਨ, ਇੱਥੇ ਸਪੈਲਿੰਗ ਗਲਤ ਨੇ, ਇਟਸ ਅ ਪੋਲਿਊਸ਼ਨ। ਜਿਹੜੀ ਹਾਇਰ ਕਾਸਟ ਨੇਗੀਆਂ ਉਹ ਕਲੇਮ ਕਰਦੀਆਂ ਨੇ ਵੀ ਸਾਡੇ ਜਿਹੜੇ ਰਿਚੁਅਲਸ ਨੇ ਜਾਂ ਸਾਡੀਆਂ ਸਪਿਰਿਚੁਅਲ ਵੈਲਿਊਜ਼ ਨੇ ਜਾਂ ਸਾਡੇ 'ਚ ਕੀ ਆ, ਰੇਸ਼ੀਅਲ ਪਿਓਰਿਟੀ ਆ।
ਤੇ ਉਹਨੂੰ ਮੇਨਟੇਨ ਕਰਕੇ ਰੱਖਣ ਦੇ ਲਈ ਕੀ ਕਰਨਾ ਪਏਗਾ, ਸਾਨੂੰ ਲੋ ਕਾਸਟ ਨੂੰ ਆਪਣੇ ਤੋਂ ਦੂਰ ਰੱਖਣਾ ਪਏਗਾ। ਜੇ ਲੋ ਕਾਸਟ ਸਾਡੇ ਨਾਲ ਆ ਕੇ ਇੰਟਰੈਕਟ ਕਰਨਗੀਆਂ ਤਾਂ ਅਸੀਂ ਕੀ ਹੋ ਜਾਵਾਂਗੇ, ਪੋਲਿਊਟ ਹੋ ਜਾਵਾਂਗੇ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ, ਪੋਲਿਊਸ਼ਨ ਦਾ ਉਹਨਾਂ ਨੇ ਇਹ ਆਈਡੀਆ ਮੰਨ ਕੇ ਚੱਲਦੇ ਨੇ, ਪੋਲਿਊਸ਼ਨ ਮੀਨਸ ਅ ਟੱਚ ਆਫ ਲੋਅਰ ਕਾਸਟ ਪਰਸਨ। ਜੇ ਉਹਨਾਂ ਨੇ ਉਹਨੂੰ ਟੱਚ ਕਰ ਲਿਆ ਤਾਂ ਉਹ ਕੀ ਹੋ ਜਾਣਗੇ, ਪੋਲਿਊਟ ਹੋ ਜਾਣਗੇ, ਉਹਨਾਂ ਦੀ ਪਿਓਰਿਟੀ ਕੀ ਹੋ ਜਾਏਗੀ, ਖਤਮ ਹੋ ਜਾਏਗੀ। ਜਾਤੀ ਪੰਚਾਇਤ, status of each caste is carefully protected not only by caste laws but also by the conventions. They are openly enforced by the community through a government body or board called jati panchayat. ਇਹ ਜਿਹੜੀਆਂ ਜਾਤੀ ਪੰਚਾਇਤ ਨੇਗੀਆਂ, ਇਹ ਕਾਸਟ ਨੂੰ ਪ੍ਰੋਟੈਕਟ ਕਰਨ ਦੇ ਲਈ, ਕਾਸਟ ਦੀਆਂ ਟਰਡੀਸ਼ਨਸ ਨੂੰ ਫੋਲੋ ਕਰਨ ਲਈ, ਉਹਨਾਂ ਨੂੰ ਚਲਾਉਣ ਦੇ ਲਈ ਕੀ ਕਰਦੀਆਂ ਨੇ, ਹਮੇਸ਼ਾ ਰੋਲ ਪਲੇ ਕਰਦੀਆਂ ਨੇ। ਇਹ ਕੁਝ ਫੀਚਰਸ ਨੇ ਕਾਸਟ ਸਿਸਟਮ ਦੀਆਂ। ਨੈਕਸਟ ਜਿਹੜਾ ਮੇਨ ਫੋਕਸ ਅਸੀਂ ਹਰ ਕੰਸੈਪਟ 'ਚ ਲੈ ਕੇ ਚੱਲਾਂਗੇ, ਜੈਂਡਰ ਇਕੁਇਟੀ ਐਂਡ ਜੈਂਡਰ ਇਕੁਐਲਿਟੀ ਇਨ ਇੰਡੀਆ ਵਿਦ ਰੈਫਰੈਂਸ ਟੂ ਕਾਸਟ। ਮੀਨਸ ਕਾਸਟ ਦਾ ਜੈਂਡਰ ਇਕੁਐਲਿਟੀ ਅਤੇ ਜੈਂਡਰ ਇਕੁਇਟੀ 'ਤੇ ਕੀ ਇਫੈਕਟ ਆ, ਜਾਂ ਕਿਵੇਂ ਜੈਂਡਰ ਇਕੁਇਟੀ ਐਂਡ ਇਕੁਐਲਿਟੀ ਸਾਨੂੰ ਕਾਸਟ ਸਿਸਟਮ 'ਚ ਮਿਲਦੀ ਆ। ਇਹਦੇ 'ਚ ਕੁਝ ਪੁਆਇੰਟਸ ਮੈਂ ਲੈ ਕੇ ਚੱਲ ਰਹੀ ਹਾਂ। ਜਿਵੇਂ ਫਸਟ ਪੁਆਇੰਟ ਅਸੀਂ ਲਿਆ ਗਾ, ਕਾਸਟ ਡਿਸਪੈਰਿਟੀ ਇਨ ਵੇਜ ਅਰਨਿੰਗ। ਜਿਹੜੀ ਵਰਕ ਕਰ ਰਹੀਆਂ ਨੇਗੀਆਂ, ਵਿਮਨਸ ਵਰਕ ਕਰ ਰਹੀਆਂ ਨੇਗੀਆਂ ਲੋ ਕਾਸਟ 'ਚ, ਉਹਨਾਂ ਦੀ ਜਿਹੜੀ ਅਰਨਿੰਗ ਆ, ਲੇਬਰਰ ਨੇ ਉਹਨਾਂ ਦੀ ਜਿਹੜੀ ਅਰਨਿੰਗ ਆ ਉਹ ਕੀ ਹੈਗੀ, ਉਹਦੇ 'ਚ ਡਿਸਕ੍ਰੀਮੀਨੇਸ਼ਨ ਮਿਲਦਾ ਹੈਗਾ। ਉਹਨਾਂ ਨੂੰ ਜੋ ਅਰਨ ਨੋਰਮਲ ਪਰਸਨ ਨੂੰ ਅਰਨ ਮਿਲਦਾ, ਉਹਨਾਂ ਦੀ ਅਰਨਿੰਗ ਕੀ ਹੋਏਗੀ, ਉਹਦੇ ਨਾਲੋਂ ਹਮੇਸ਼ਾ ਘੱਟ ਹੋਏਗੀ, ਡਿਸਪੈਰਿਟੀ ਕੀਤੀ ਜਾਂਦੀ ਆ। ਲੋ ਇਕਨੋਮਿਕ ਸਟੇਟਸ, ਜਦੋਂ ਅਰਨਿੰਗ ਘੱਟ ਹੋਏਗੀ, ਉਹਨਾਂ ਨੂੰ ਅਰਨ ਨਹੀਂ ਉਹ ਕਰ ਰਹੀਆਂ ਜਿੰਨਾ ਉਹਨਾਂ ਨੂੰ ਅਰਨਿੰਗ ਹੋਣੀ ਚਾਹੀਦੀ ਆ, ਤਾਂ ਓਬਵੀਅਸਲੀ ਉਹਦੇ ਨਾਲ ਉਹਨਾਂ ਦੀ ਇਨਕਮ ਜਦੋਂ ਲੋ ਹੋਏਗੀ ਤਾਂ ਉਹਦੇ ਨਾਲ ਜਿਹੜਾ ਉਹਨਾਂ ਦਾ ਇਕਨੋਮਿਕ ਸਟੇਟਸ ਵੀ ਕੀ ਹੋਏਗਾ, ਲੋ ਇਕਨੋਮਿਕ ਸਟੇਟਸ ਹੋਏਗਾ। ਨੋਰਮਲੀ ਇੱਥੇ ਅਸੀਂ ਗੱਲ ਕਰਦੇ ਹਾਂ, ਜਿਹੜੀਆਂ ਦਲਿਤ ਵਿਮਨਸ ਨੇ ਆਰ ਸੈਲਫ ਇੰਪਲਾਇਡ ਐਜ਼ ਕੰਪੇਅਰ ਟੂ 62% ਆਫ ਅਪਰ ਕਾਸਟ ਵਿਮਨਸ, ਸਸਪੈਕਟੇਬਲ ਟੂ ਐਕਸਪਲੋਇਟੇਸ਼ਨ। ਨੋਰਮਲੀ ਕੀ ਹੈਗਾ, ਜਿਹੜੀਆਂ ਲੋ ਕਾਸਟ ਵਿਮਨਸ ਨੇ ਹਾਈਲੀ ਸਸਪੈਕਟਡ ਹੁੰਦੀਆਂ ਨੇਗੀਆਂ ਹਰਾਸਮੈਂਟ ਦੀਆਂ। ਹਰਾਸਮੈਂਟ ਲਾਈਕ ਫੋਰ ਐਗਜ਼ਾਮਪਲ ਸੈਕਸ਼ੂਅਲ ਹਰਾਸਮੈਂਟ, ਅਟੈਕ, ਪਰਟੀਕੂਲਰਲੀ ਫਰੋਮ ਜਿਹੜੇ ਅਸੀਂ ਕਹਿੰਦੇ ਹਾਂ ਕਿ ਅਪਰ ਕਲਾਸ ਮੈਨਸ ਨੇਗੇ, ਉਹ ਕੀ ਕਰਦੇ ਨੇ, ਇਹਨਾਂ ਨੂੰ ਹਰਾਸ ਕਰਦੇ ਨੇ, ਸੈਕਸ਼ੂਅਲ ਵਾਇਲੈਂਸ ਹੁੰਦੀ ਹੈ ਇਹਨਾਂ ਨਾਲ, ਫਿਜ਼ੀਕਲੀ ਅਸੌਲਟ ਕੀਤਾ ਜਾਂਦਾ ਹੈਗਾ। ਅਤੇ ਇਸ ਤਰ੍ਹਾਂ ਜਿਹੜੀਆਂ ਪ੍ਰੋਬਲਮਸ ਨੇਗੀਆਂ ਉਹ ਇਸ ਤਰ੍ਹਾਂ ਦੀਆਂ ਵਿਮਨਸ ਨਾਲ ਕੀ ਨੇਗੀਆਂ ਪ੍ਰੋਬਲਮਸ ਆਉਂਦੀਆਂ ਨੇ। ਦੈਨ ਅਨਇੰਪਲੋਇਮੈਂਟ, ਅਨਦਰ ਇੰਪੋਰਟੈਂਟ ਇਕਨੋਮਿਕ ਪ੍ਰੋਬਲਮ ਜਿਹੜੀ ਆ ਲੋਅਰ ਕਾਸਟ ਵਿਮਨਸ ਦੀ ਕਿ ਵੀ ਆ ਵੀ ਦੇ ਆਰ ਅਨਇੰਪਲੋਇਮੈਂਟ, ਲੈਕ ਆਫ ਇੰਪਲੋਇਮੈਂਟ ਹੋਏਗੀ, ਜਾਂ ਅਸੀਂ ਕਹਿੰਦੇ ਅਨਇੰਪਲੋਇਮੈਂਟ ਹੋਏਗੀ ਥਰੂ ਆਊਟ ਦਾ ਈਅਰ। ਐਗਰੀਕਲਚਰ ਫੋਰ ਐਗਜ਼ਾਮਪਲ, ਐਗਰੀਕਲਚਰ ਵਰਕ ਕੀ ਹੈਗਾ, ਸੀਜ਼ਨਲ ਵਰਕ ਆ, ਉਹਦਾ ਨੇਚਰ ਕੀ ਆ, ਸੀਜ਼ਨਲ ਆ, ਤਾਂ ਇਹਨਾਂ ਨੂੰ ਕੀ ਆ ਉਸੇ ਟਾਈਮ ਜਿਹੜੀ ਆ ਅਰਨਿੰਗ ਹੋਏਗੀ, ਅਦਰ ਟਾਈਮ ਇਹਨਾਂ ਕੋਲ ਅਰਨਿੰਗ ਨਹੀਂ ਹੋਏਗੀ। ਔਰ ਇਹ ਅਰਨਿੰਗ ਜਿਹੜੀ ਆ ਅਰਬਨ ਅਤੇ ਰੂਰਲ ਏਰੀਆ ਦੇ ਵਿੱਚ ਵੀ ਕੀ ਆ ਸਮ ਟਾਈਮ ਪਰਸੈਂਟੇਜ ਜਿਹੜੀ ਹੈਗੀ ਡਿਫਰੈਂਟ ਹੋਏਗੀ। ਦੈਨ ਪੋਵਰਟੀ, ਇੱਕ ਇਹਦਾ ਰੀਜ਼ਨ ਇਹ ਵੀ ਆ, ਜਿਹੜੀਆਂ ਇਸ ਵਿਮਨਸ ਨੇਗੀਆਂ, ਪਰਸੈਂਟੇਜ ਆਫ ਦਲਿਤ ਵਿਮਨ ਜਿਹੜੀਆਂ ਨੇਗੀਆਂ ਜਦੋਂ ਐਗਰੀਕਲਚਰ ਰੂਰਲ ਏਰੀਆ 'ਚ ਕੰਮ ਕਰਦੀਆਂ ਨੇ ਅਤੇ ਸੈਲਫ ਇੰਪਲਾਇਡ ਇਨ ਅਰਬਨ ਏਰੀਆ 'ਚ ਨੇਗੀਆਂ, ਤਾਂ ਕੁਆਇਟ ਕੀ ਆ ਲੋ ਆ ਉਹ ਰੇਸ਼ੋ। ਉਹ ਲੋ ਹੋਣ ਕਰਕੇ ਵੇਜ ਅਰਨਿੰਗ ਇਹਨਾਂ ਦੀ ਕੀ ਹੈਗੀ, ਘੱਟ ਆ, ਅਤੇ ਡਿਊ ਟੂ ਦੈਟ ਰੀਜ਼ਨ ਦੇ ਆਰ ਅੰਡਰ ਪਾਵਰਟੀ ਲਾਈਨ। ਮਾਲ ਨਿਊਟ੍ਰੀਸ਼ਨ, ਜਦੋਂ ਉਹਨਾਂ ਨੂੰ ਪ੍ਰੋਪਰ ਉਹਨਾਂ ਕੋਲ ਉਹਨਾਂ ਦੀ ਇਕਨੋਮਿਕ ਸਟੇਟਸ ਕੀ ਆ, ਉਹਨਾਂ ਦਾ ਲੋ ਆ, ਉਹਨਾਂ ਨੂੰ ਪ੍ਰੋਪਰ ਅਰਨਿੰਗ ਜੋ ਹੋਣੀ ਚਾਹੀਦੀ ਅਰਨਿੰਗ ਨਹੀਂ ਹੁੰਦੀ, ਸੋ ਉਹਨਾਂ ਨੂੰ ਜੋ ਖਾਣ ਦੇ ਲਈ ਜਾਂ ਅਸੀਂ ਕਹਿੰਦੇ ਹਾਂ ਜੋ ਉਹਨਾਂ ਨੂੰ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ ਨਹੀਂ ਮਿਲਦੀਆਂ, ਦੈਟਸ ਵਾਈ ਦੇ ਆਰ ਮਾਲ ਨਿਊਟ੍ਰੀਸ਼ਨ। ਨੈਕਸਟ ਹੈ ਆਕੂਪੇਸ਼ਨ ਡਿਸਕ੍ਰਿਮੀਨੇਸ਼ਨ। ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਆ ਜਿਹਦੇ 'ਚ ਕੀ ਕੀਤਾ ਜਾਂਦਾ, ਕਿਉਂਕਿ ਅਸੀਂ ਇਸ ਤਰ੍ਹਾਂ ਦੇ ਜਿਹੜੀਆਂ ਦਲਿਤ ਵਿਮਨਸ ਨੇ ਜ਼ਿਆਦਾਤਰ, ਉਹਨਾਂ ਨੂੰ ਕੀ ਮੰਨ ਕੇ ਚੱਲਦੇ ਹਾਂ, ਜਾਂ ਜਿਹੜਾ ਉਹਨੂੰ ਵਰਕ ਦੇ ਰਹੇ ਹਾਂ ਵਰਕ ਬਹੁਤ ਲੋ ਗ੍ਰੇਡ ਵਰਕ ਦਿੰਦੇ ਹਾਂ, ਕਿਉਂਕਿ ਵਰਕ ਸਾਡਾ ਕੀ ਹੈਗਾ ਡਿਫਰੈਂਸ਼ੀਏਟ ਹੋਇਆ ਹੁੰਦਾ ਵੀ ਇਹ ਵਰਕ ਕੌਣ ਕਰੇਗਾ, ਇਹ ਆਕੂਪੇਸ਼ਨ 'ਚ ਕੌਣ ਆਏਗਾ। ਇਸ ਕਰਕੇ ਕੀ ਹੈਗਾ ਆਕੂਪੇਸ਼ਨਲ ਡਿਸਕ੍ਰਿਮੀਨੇਸ਼ਨ ਵੀ ਬਹੁਤ ਜਗ੍ਹਾ 'ਤੇ ਮਿਲਦੀ ਆ। ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ, ਜਿਹੜੇ ਪਾਵਰ ਆ ਉਹ ਸਾਡੀ ਸੁਸਾਇਟੀ ਦੀ, ਉਹ ਇੱਕ ਰੋਲ ਪਲੇ ਕਰਦੀ ਆ ਡਿਫਰੈਂਟ ਏਰੀਆ 'ਚ ਇੰਡੀਅਨ ਸਿਸਟਮ ਦੇ ਵਿੱਚ, ਜਿਹਦੇ 'ਚ ਅਸੀਂ ਕੀ ਕਰਦੇ ਹਾਂ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਨੂੰ ਫੋਲੋ ਕਰਦੇ ਹਾਂ। ਫੀਮੇਲਸ ਫੀਟੀਸਾਈਡ ਕਹਿੰਦੇ ਹਾਂ ਅਸੀਂ,
ਗਰਲਸ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ, ਡੋਰੀ ਰਿਲੇਟਡ ਡੈਥ ਜਿਹੜੀਆਂ ਨੇਗੀਆਂ, ਇਹ ਬਹੁਤ ਸਾਰੇ ਰੀਜ਼ਨਸ ਨੇ। ਉਹ ਰੀਜ਼ਨਸ ਕਿਉਂ ਨੇਗੇ? ਕਿਉਂਕਿ ਜਿਹੜੀਆਂ ਸਾਡੀਆਂ ਜਿਹੜੀਆਂ ਪ੍ਰੈਕਟਿਸਿਸ ਨੇ ਉਹ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਨੇ। ਅਸੀਂ ਜਿਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਉਸ ਤਰੀਕੇ ਨਾਲ ਵਿਮਨਸ ਨੂੰ ਡੀਲ ਨਹੀਂ ਕਰਦੇ, ਕਿਉਂਕਿ ਮੰਨ ਕੇ ਚੱਲਦੇ ਹਾਂ ਮੈਨ ਇਜ਼ ਦਾ ਪਾਵਰਫੁਲ ਆਸਪੈਕਟ ਆਫ ਦਾ ਸੋਸਾਇਟੀ। ਜੇ ਮੈਨ ਪਾਵਰਫੁਲ ਆ ਤਾਂ ਉਹ ਵਿਮਨ ਨਾਲ ਕੀ ਕਰ ਰਿਹਾ? ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਕਰ ਰਿਹਾ। ਵਿਕਟਮਸ ਆਫ ਸੋਸ਼ਲ ਐਕਸਪਲੋਇਟੇਸ਼ਨ, ਜਿਹੜੀਆਂ ਵਿਮਨਸ ਨੇ ਉਹ ਸੋਸ਼ਲ ਐਕਸਪਲੋਇਟੇਸ਼ਨ ਦੀਆਂ ਕੀ ਨੇਗੀਆਂ? ਹਮੇਸ਼ਾ ਵਿਕਟਮ ਬਣਦੀਆਂ ਨੇ। ਇਲਿਟਰੇਸੀ ਐਂਡ ਲੈਕ ਆਫ ਅਸੈਸ ਟੂ ਐਜੂਕੇਸ਼ਨ, ਉਹਨਾਂ ਜਿਹੜੀਆਂ ਵਿਮਨਸ ਨੇ ਉਹਨਾਂ ਕੋਲ ਕੀ ਹੈ? ਲੈਕ ਆਫ ਐਜੂਕੇਸ਼ਨਲ ਡਿਵੈਲਪਮੈਂਟ ਆ। ਅਨਦਰ ਇੱਕ ਪਾਰਟ ਆ ਜਿਹਦੇ 'ਚ ਸਫਰ ਕਰਦੀਆਂ ਨੇ ਜ਼ਿਆਦਾਤਰ ਵਿਮਨ, ਅਤੇ ਲਿਟਰੇਸੀ ਰੇਟ ਕੀ ਹੈਗੀ? ਘੱਟ ਆ, ਅਤੇ ਇਸ ਕਰਕੇ ਉਹ ਕੀ ਨੇਗੀਆਂ? ਇਲਿਟਰੇਟ ਨੇ, ਕਿਉਂਕਿ ਲਿਮਿਟ ਉਹਨਾਂ ਦੇ ਇੱਕ ਐਜੂਕੇਸ਼ਨ ਨਹੀਂ ਪਹੁੰਚਦੀ। ਐਜੂਕੇਸ਼ਨ ਨਹੀਂ ਪਹੁੰਚਦੀ, ਦੈਟ ਮੀਨਸ ਦੇ ਆਰ ਨਾਟ ਅਵੇਲ ਦਾ ਅਪਰਚੁਨਿਟੀ ਆਫ ਗੈਟਿੰਗ ਐਜੂਕੇਸ਼ਨ, ਅਤੇ ਇਸ ਕਰਕੇ ਕੀ ਨੇਗੀਆਂ? ਇਲਿਟਰੇਟ। ਲਿਮਿਟਡ ਅਸੈਸ ਟੂ ਮੈਟਰਨਲ ਹੈਲਥ ਕੇਅਰ, ਜਿਹੜੀ ਦਲਿਤ ਵਿਮਨਸ ਨੇ ਹੈਵ ਲੋ ਅਸੈਸ ਟੂ ਮੈਟਰਨਲ ਹੈਲਥ ਕੇਅਰ ਦੈਨ ਅਪਰ ਕਾਸਟ ਵਿਮਨਸ। A lower proportion of Dalit women had access to maternal care as compared to women from the upper group. ਮੀਨਸ ਇਹਦੇ 'ਚ ਵੀ ਕੀ ਹੈਗਾ? ਡਿਫਰੈਂਸ਼ੀਏਸ਼ਨ ਸਾਨੂੰ ਮਿਲਦਾ ਹੈਗਾ। ਇੱਕ ਹੈ ਪੁਆਇੰਟ ਸਫਰਰ ਆਫ ਟ੍ਰਿਪਲ ਬਰਡਨ। ਇਹਦੇ 'ਚ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਦਲਿਤ ਵਿਮਨਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਨੇ, ਅਤੇ ਉਹ ਪ੍ਰੋਬਲਮਸ ਕੀ ਨੇਗੀਆਂ? ਨੰਬਰ ਆਫ ਵੇਜ਼ ਨਾਲ ਨੇ। ਅਤੇ ਨੋਰਮਲੀ ਇੱਕ ਟਰਮ ਯੂਜ਼ ਕੀਤੀ ਹੈ ਮੈਂ ਇੱਥੇ ਹੁਣ ਤੁਹਾਡੇ ਕੋਲ, ਟ੍ਰਿਪਲ ਬਰਡਨ। ਟ੍ਰਿਪਲ ਬਰਡਨ ਮੀਨਸ ਇੱਕ ਤਾਂ ਇਹ ਵਿਮਨ ਫੇਸ ਕਰਦੀਆਂ ਨੇ ਜੈਂਡਰ ਵਾਈਸਿਸ, ਦੂਸਰਾ ਕਾਸਟ ਡਿਸਕ੍ਰਿਮੀਨੇਸ਼ਨ ਵੀ ਇਹਨਾਂ ਨੂੰ ਸਹਿਣਾ ਪੈਂਦਾ, ਤੀਜਾ ਇਕਨੋਮਿਕ ਡਿਸਪੈਰਿਟੀ। ਇਸ ਕਰਕੇ ਅਸੀਂ ਕੀ ਕਹਿੰਦੇ ਹਾਂ, ਜਿਹੜੀਆਂ ਇਸ ਤਰ੍ਹਾਂ ਦੇ ਕੇਸ ਨੇਗੇ ਵਿਮਨਸ ਨੂੰ ਕੀ ਕਰਨਾ ਪੈਂਦਾ? ਕਾਸਟ ਦੇ ਬੇਸ 'ਤੇ, ਕਿਉਂਕਿ ਇੱਕ ਮੇਨ ਲੈ ਕੇ ਚੱਲਿਆ ਅਸੀਂ ਵਾਈਸਿਸ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਮੇਲ ਫੀਮੇਲ ਦਾ ਤਾਂ ਡਿਫਰੈਂਸ਼ੀਏਟ ਇਹਨਾਂ ਨੂੰ ਮਿਲਦਾ ਹੀ ਆ, ਪ੍ਰੋਬਲਮ ਮਿਲਦੀ ਹੈ, ਡਿਸਕ੍ਰਿਮੀਨੇਸ਼ਨ ਹੁੰਦਾ ਹੀ ਹੁੰਦਾ। ਉਸ ਤੋਂ ਇਲਾਵਾ ਕਾਸਟ ਡਿਸਕ੍ਰਿਮੀਨੇਸ਼ਨ ਵੀ ਮਿਲਦਾ ਹੈਗਾ, ਇਕਨੋਮਿਕ ਡਿਸਪੈਰਿਟੀ ਵੀ ਮਿਲਦੀ ਹੈ। ਇਹ ਰੀਜ਼ਨਸ ਨੇਗੇ ਜਿਨ੍ਹਾਂ ਦੇ ਬੇਸ 'ਤੇ ਅਸੀਂ ਕਾਸਟ ਨੂੰ ਕੀ ਕਰਦੇ ਹਾਂ? ਕਾਸਟ ਦੇ ਫੀਚਰਸ ਪਹਿਲਾਂ ਅਸੀਂ ਦੇਖੇ, ਅਤੇ ਇਹਦੇ ਨਾਲ ਨਾਲ ਇੱਕ ਸੈਕਿੰਡ ਅਸੀਂ ਇਹਦੇ 'ਚ ਪਾਰਟ ਦੇਖਿਆ ਹੈਗਾ ਕਾਸਟ ਜਿਹੜੀ ਆ ਉਹ ਜੈਂਡਰ ਇਕੁਐਲਿਟੀ ਅਤੇ ਜੈਂਡਰ ਇਕੁਇਟੀ ਦੇ ਬੇਸ 'ਤੇ ਕਿਵੇਂ ਕਾਸਟ ਇਨਫਲੂਐਂਸ ਕਰਦੀ ਹੈ ਜੈਂਡਰ ਇਕੁਐਲਿਟੀ ਨੂੰ ਅਤੇ ਜੈਂਡਰ ਇਕੁਇਟੀ ਨੂੰ। ਅਤੇ ਇਹਦੇ ਨਾਲ ਇਹ ਅੱਜ ਦਾ ਮੈਂ ਟੋਪਿਕ ਇੱਥੇ ਹੀ ਤੁਹਾਡਾ ਵਾਈਂਡ ਅਪ ਕਰਨ ਲੱਗੀ ਹਾਂ। ਇਹ ਟੋਪਿਕ ਤੁਹਾਡਾ ਨੈਕਸਟ ਕੰਟੀਨਿਊ ਕਰਾਂਗੇ ਵਿਦ ਦਾ ਸੈਕਿੰਡ ਫੈਕਟਰ। ਥੈਂਕ ਯੂ ਵਨ ਐਂਡ ਆਲ।